Hey students, so today we are going to start our next tense, that is past tense. Past मतलब जो बीत गया ਆ ਉਹਦੇ ਬਾਰੇ ਅਸੀਂ ਗੱਲ ਕਰਨੇ ਆ। ਸੋ ਉਹਨੂੰ ਕਹਿੰਦੇ ਆ past tense। ਇਹਦੇ ਵਿੱਚ ਚਾਰ ਆਉਂਦੇ ਆ, simple past, past continuous, past perfect and past perfect continuous tense। ਸੋ one by one ਅਸੀਂ ਸਾਰਿਆਂ ਦਾ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ simple past tense, ਜਿਹਦੇ ਐਂਡ 'ਤੇ ਲੱਗਦਾ ਹੋਵੇ ਥਾ, ਥੀ ਤੇ ਥੇ, ਮੀਨਸ ਕਿ ਜੋ ਚੀਜ਼ ਪਾਸਟ ਆ, ਜੋ ਬੀਤ ਗਈ ਆ, ਉਹਨੂੰ ਅਸੀਂ ਕਹਿੰਦੇ ਹਾਂ ਸਿੰਪਲ ਪਾਸਟ। ਇਹਦਾ ਰੂਲ ਇਹ ਹੈ ਕਿ ਇਹਦੇ ਵਿੱਚ ਹਮੇਸ਼ਾ ਸੈਕਿੰਡ ਫਾਰਮ ਆਫ ਵਰਬ ਲੱਗਣੀ। ਸੈਕਿੰਡ ਫਾਰਮ ਆਫ ਵਰਬ ਦੇ ਨਾਲ ਅਸੀਂ ਸਪੋਜ਼ ਅਗਰ ਉਹ ਚਾਹੇ ਆਈ, ਸ਼ੀ, ਹੀ, ਯੂ, ਦੇ, ਫਸਟ ਪਰਸਨ ਜਾਂ ਸੈਕਿੰਡ ਪਰਸਨ ਜਾਂ ਥਰਡ ਪਰਸਨ ਹੈ, ਤਿੰਨਾਂ ਦੇ ਨਾਲ ਹੀ ਸੈਕਿੰਡ ਫਾਰਮ ਲੱਗਣੀ ਹੈ। ਇਹ ਉਹ ਹੈ ਜੋ ਸਮਾਂ ਬੀਤ ਗਿਆ, ਅਸੀਂ ਉਹਦੇ ਬਾਰੇ ਗੱਲ ਕਰਨੀ ਹੈ। ਸੋ ਹੇਅਰ ਵੀ ਹੈਵ ਆਈ ਪਲੇਡ, ਮੈਂ ਖੇਲਾ ਥਾ, ਜਾਂ ਮੈਂ ਖੇਡਿਆ ਜਾਂ ਮੈਂ ਖੇਡਿਆ ਸੀ। ਸ਼ੀ ਪਲੇਡ, ਉਹ ਵह ਖੇਲੀ ਥੀ, ਮਤਲਬ ਉਹ ਖੇਡੀ ਜਾਂ ਉਹ ਖੇਡੀ ਸੀ। ਸੋ ਇਹਦੇ ਵਿੱਚ ਸੈਕਿੰਡ ਫਾਰਮ ਹੈ। ਨੈਕਸਟ ਵੀ ਹੈਵ ਦਾ ਨੈਗੇਟਿਵ ਟੈਂਸ। ਹੁਣ ਤੁਹਾਨੂੰ ਇੰਨਾ ਤਾਂ ਕਨਫਰਮ ਹੈ ਨਾ ਕਿ ਪਾਸਟ ਟੈਂਸ ਦੇ ਵਿੱਚ ਅਸੀਂ ਸੈਕਿੰਡ ਫਾਰਮ ਆਫ ਵਰਬ ਯੂਜ਼ ਕਰਦੇ ਹਾਂ। ਸੋ ਪਹਿਲਾਂ ਅਸੀਂ ਜੋ ਪ੍ਰੈਜ਼ੈਂਟ ਟੈਂਸ ਕੀਤੇ ਸੀ, ਅਸੀਂ ਡੂ ਐਂਡ ਡਜ਼ ਦਾ ਯੂਜ਼ ਕੀਤਾ ਸੀ, ਉਹ ਰਿਪਰਜੈਂਟ ਕਰਦੇ ਸੀ ਫਸਟ ਫਾਰਮ। ਨਾਓ ਵੀ ਹੈਵ ਡੈਡ ਹੇਅਰ। ਡਿਡ ਜੋ ਹੈ ਉਹ ਸੈਕਿੰਡ ਫਾਰਮ ਰਿਪਰਜੈਂਟ ਕਰੇਗਾ ਅਤੇ ਇਹਦੇ ਨਾਲ ਜਿਹੜੀ ਐਕਸ਼ਨ ਵਰਬ ਹੋਏਗੀ ਉਹ ਫਸਟ ਫਾਰਮ ਹੋਏਗੀ। ਡਿਡ ਨੂੰ ਵੈਸੇ ਅਸੀਂ ਹੈਲਪਿੰਗ ਵਰਬ ਕਹਿੰਦੇ ਹਾਂ। ਸੋ ਹੈਲਪਿੰਗ ਵਰਬ ਬਣੀ ਕਿੱਦਾਂ ਆ? ਸੋ ਪਾਸਟ ਵਿੱਚ ਸਾਨੂੰ ਪਤਾ ਸੈਕਿੰਡ ਫਾਰਮ ਯੂਜ਼ ਕਰਦੇ ਹਾਂ, ਇਸ ਕਰਕੇ ਅਸੀਂ ਹੈਲਪਿੰਗ ਵਰਬ ਅਸੀਂ ਸੈਕਿੰਡ ਫਾਰਮ ਲੈ ਲੈਣੀ ਹੈ, ਡਿਡ ਯੂਜ਼ ਕਰਾਂਗੇ। ਅਤੇ ਜਿਹੜੀ ਦੂਸਰੀ ਫਾਰਮ ਹੈ ਐਕਸ਼ਨ ਵਰਬ, ਜਿੱਥੋਂ ਸਾਨੂੰ ਪਤਾ ਲੱਗਣਾ ਸਾਡਾ ਕੰਮ ਕੀ ਹੋ ਰਿਹਾ, ਉਹ ਹੈਗੀ ਹੈ ਫਸਟ। ਸੋ ਹੇਅਰ ਵੀ ਹੈਵ आई डिड नॉट राइट, मैंने नहीं लिखा या मैं नहीं लिखिया, मैंने नहीं लिखा था, मैं नहीं लिखिया सी। सो डिड ਇਹਦੇ ਵਿੱਚ ਸਾਡੀ ਸੈਕਿੰਡ ਫਾਰਮ ਰਿਪਰਜੈਂਟ ਕਰ ਰਹੀ ਹੈ, ਔਰ ਰਾਈਟ ਜਿਹੜੀ ਆ ਉਹ ਐਕਸ਼ਨ ਵਰਬ ਆ। ਸੋ ਡਿਡ ਨੂੰ ਹੈਲਪਿੰਗ ਵਰਬ ਆ, ਲੇਕਿਨ ਹੈਲਪਿੰਗ ਵਰਬ ਅਸਲ 'ਚ ਬਣੀ ਕਿੱਦਾਂ ਆ, ਇਸ ਕਰਕੇ ਅਸੀਂ ਸੈਕਿੰਡ ਫਾਰਮ ਜਿਹੜੀ ਉਹ ਡਿਡ ਯੂਜ਼ ਕੀਤੀ। ਨੈਕਸਟ ਅਸੀਂ ਸਪੋਜ਼ ਕਰੋ ਹੁਣ ਆਈ ਡਿਡ ਨੋਟ ਡੂ ਦਿਸ, ਮੈਂ ਇਹ ਨਹੀਂ ਕੀਤਾ। ਡਿਡ ਜਦ ਕਿ ਬਣਦਾ ਆ ਡੂ, ਡੈਡ, ਡਨ। ਮੋਸਟਲੀ ਸਵਾਲ ਹੁੰਦਾ ਵੀ ਆਪਾਂ ਹੁਣ ਡਿਡ ਲਾਤਾ, ਇਹਦਾ ਮਤਲਬ ਵੀ ਡੂ ਹੈ, ਬਟ ਇਹ ਜਿਹੜੀ ਚੀਜ਼ ਹੈ ਇਹ ਹੈਲਪਿੰਗ ਵਰਬ ਆ। ਇਹ ਜਿਹੜੀ ਹੈ ਸਾਡੀ ਐਕਸ਼ਨ ਵਰਬ ਆ, ਵੀ ਜਿੱਥੋਂ ਸਾਨੂੰ ਪਤਾ ਲੱਗਦਾ ਅਸੀਂ ਕਰ ਕੀ ਰਹੇ ਹਾਂ, ਇਸ ਕਰਕੇ ਅਸੀਂ ਇੱਥੇ ਡਿਡ ਨੂੰ ਹੈਲਪਿੰਗ ਵਰਬ ਐਜ਼ ਇਟ ਇਜ਼ ਯੂਜ਼ ਕਰਨਾ ਹੀ ਕਰਨਾ। ਐਕਸ਼ਨ ਵਰਬ ਸਾਡੀ ਚੇਂਜ ਹੁੰਦੀ ਰਹਿੰਦੀ ਹੈ, ਰਾਈਟ, ਡਾਂਸ ਜਾਂ ਵਟ एवर यू वांट टू डू। सो दे डिड नॉट कैच इट, उन्होंने इसे नहीं पकड़ा या उन्होंने इसे नहीं पकड़ा था, उन्होंने इनू नहीं फड़िया या उन्होंने इन्हों नहीं फड़िया सी। सो ਨੈਕਸਟ ਵੀ ਹੈਵ ਇੰਟੈਰੋਗੇਟਿਵ, ਮਤਲਬ ਕੁਐਸਚਨ। ਇਹਦੇ ਵਿੱਚ ਕੀ ਆ, ਪਹਿਲਾਂ ਡਿਡ ਅਤੇ ਫਸਟ ਫਾਰਮ। ਡਿਡ ਜਿਹੜਾ ਉਹ ਬਸ ਸਟਾਰਟਿੰਗ 'ਤੇ ਆ ਜਾਣਾ, ਬਾਕੀ ਟੈਂਸ ਉਹੀ ਰਹਿਣਾ। ਡਿਡ ਆਈ ਸੇ, ਕਿਆ मैंने कहा, कि मैं ਕਿਹਾ ਸੀ। ਡਿਡ ਆਈ ਸੇ ਐਨੀਥਿੰਗ ਟੂ ਯੂ, क्या मैंने तुम्हें कुछ कहा था, कि मैं ਤੈਨੂੰ ਕੁਛ ਕਿਹਾ ਜਾਂ ਕੁਛ ਕਿਹਾ ਸੀ। ਹੁਣ ਪਾਸਟ ਟੈਂਸ ਦੇ ਵਿੱਚ ਜਿਹੜਾ ਹੁਣ ਅਸੀਂ ਯੈਸਟਰਡੇ ਯੂਜ਼ ਕਰਦੇ ਹਾਂ, ਫਿਊ ਆਵਰਸ, ਮਿੰਟ, ਉਹ ਸਾਰਾ ਪਾਸਟ ਟੈਂਸ ਦੇ ਵਿੱਚ ਆਉਂਦਾ। ਹੁਣ ਇੱਕ ਨੋਟ ਹੈ ਸਾਡੇ ਕੋਲ ਕਿ ਜੇ ਤੁਹਾਨੂੰ ਕੁਐਸਚਨ ਦੇ ਵਿੱਚ ਕਦੀ ਵੀ ਡਿਡ ਫਾਰਮ ਆਵੇ, ਵਟ ਡਿਡ ਯੂ ਡੂ, ਵਟ ਡਿਡ ਯੂ ਰਾਈਟ, ਵਟ ਡਿਡ ਯੂ ਡੂ ਦਿਸ, ਮਤਲਬ ਕਿ ਆਨਸਰ ਦੇ ਵਿੱਚ ਤੁਸੀਂ ਹਮੇਸ਼ਾ ਜੋ ਆਨਸਰ ਦੇਣਾ ਹੈ ਉਹ ਸੈਕਿੰਡ ਫਾਰਮ ਵਿੱਚ ਹੀ ਆਉਣਾ। ਅਗਰ ਕੁਐਸਚਨ ਦੇ ਵਿੱਚ ਡਿਡ ਆ ਗਿਆ, ਕਿਸੇ ਨੇ ਤੁਹਾਨੂੰ ਕੁਐਸਚਨ ਪੁੱਟ ਕੀਤਾ, ਜਾਂ ਤੁਸੀਂ ਕਦੀ ਕੁਐਸਚਨ ਪੇਪਰ ਦੇਖਦੇ ਆ, ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਕੋ ਅਗਰ ਕੁਐਸਚਨ ਦੇ ਵਿੱਚ ਡਿਡ ਆ ਗਿਆ, ਦੈਟ ਮੀਨਸ ਕਿ ਆਨਸਰ ਦੇ ਵਿੱਚ ਤੁਸੀਂ ਸੈਕਿੰਡ ਫਾਰਮ ਹੀ ਲਿਖਣੀ ਹੈ, ਪਾਸਟ ਟੈਂਸ ਹੀ ਯੂਜ਼ ਕਰਨਾ ਹੈ। ਇਹ ਬਹੁਤ ਵੱਡਾ ਰੂਲ ਆ ਕਿ ਅਗਰ ਕੁਐਸਚਨ 'ਚ ਡਿਡ ਹੈ ਤਾਂ ਨੈਕਸਟ ਜੋ ਅਸੀਂ ਕਰਨਾ ਆ ਉਹ ਪਾਸਟ ਟੈਂਸ ਦੇ ਵਿੱਚ ਹੀ ਉਹਨੂੰ ਸੋਲਵ ਕਰਨਾ, ਜਾਂ ਉਹਦਾ ਆਨਸਰ ਜਿਹੜਾ ਹੈ ਪਾਸਟ ਟੈਂਸ ਵਿੱਚ ਹੀ ਦੇਣਾ, ਮੀਨਸ ਕਿ ਸੈਕਿੰਡ ਫਾਰਮ ਹੀ ਲੱਗਣੀ ਹੈ। ਸੋ ਇਹ ਬਹੁਤ ਵੱਡਾ ਨੋਟ ਹੈ ਡਿਡ ਨੂੰ ਲੈ ਕੇ। ਨੈਕਸਟ ਵੀ ਹੈਵ ਇੰਟੈਰੋਗੇਟਿਵ ਐਂਡ ਨੈਗੇਟਿਵ। ਕੁਐਸਚਨ ਸਭ ਉੱਦਾਂ ਹੀ ਰਹੇਗਾ, ਬਸ ਸਬਜੈਕਟ ਦੇ ਨਾਲ ਜਿਹੜੀ ਕੀ ਹੈ ਫਸਟ ਫਾਰਮ ਤੋਂ ਪਹਿਲਾਂ ਸਾਡੇ ਕੋਲ ਨੋਟ ਆ ਜਾਣਾ। ਡਿਡ ਦਾ ਟੀਚਰ ਨਾਟ ਪਨਿਸ਼ ਯੂ, ਕਿ ਟੀਚਰ ਨੇ ਤੁਹਾਨੂੰ ਪਨਿਸ਼ ਨਹੀਂ ਕੀਤਾ ਸੀ। ਬਾਕੀ ਟੈਂਸ ਉਹੀ ਹੈ, ਬਸ ਨੋਟ ਜਿਹੜਾ ਉਹ ਐਡ ਹੋ ਜਾਣਾ। ਨੈਕਸਟ ਵੀ ਹੈਵ ਪਾਸਟ ਕੰਟੀਨਿਊਸ, ਮਤਲਬ ਕਿ ਥਿੰਗਸ ਹੈਪਨਿੰਗ ਐਟ ਅ ਗਿਵਨ ਟਾਈਮ, ਜੋ ਕਿ ਚੀਜ਼ਾਂ ਪਾਸ ਤੋਂ ਹੋ ਰਹੀਆਂ ਹਨ, ਪਾਸ ਤੋਂ ਹੋ ਰਹੀਆਂ ਆ ਐਂਡ ਸਟਿਲ ਕੰਟੀਨਿਊ ਆ। ਨੈਕਸਟ ਵੀ ਹੈਵ ਵह ਖੇਲ ਰਹਾ ਥਾ, ਹੀ ਵਾਜ਼ ਪਲੇਇੰਗ। ਇਹਦੇ ਵਿੱਚ ਰੂਲ ਕੀ ਸਾਡੇ ਕੋਲ ਵਾਜ਼ ਵਰ। ਕੰਟੀਨਿਊਸ ਤੋਂ ਸਾਨੂੰ ਕਨਫਰਮ ਆ ਕਿ ਫਸਟ ਫਾਰਮ 'ਤੇ ING ਲੱਗਣਾ ਹੀ ਲੱਗਣਾ, ਪਰ ਸਾਨੂੰ ਹੈਲਪਿੰਗ ਵਰਬ ਵੀ ਤਾਂ ਚਾਹੀਦੀ ਹੈ। ਹੁਣ ਪਾਸਟ ਆ ਤਾਂ ਓਬਵੀਅਸਲੀ ਕੀ ਆਊਗਾ, ਵਾਜ਼ ਐਂਡ ਵਰ, ਕਿਉਂਕਿ ਇਜ਼ MR ਯੂਜ਼ ਕਰਦੇ ਹਾਂ ਤਾਂ ਉਹਦਾ ਪਾਸਟ ਫਾਰਮ ਕੀ ਆ ਜਾਏਗਾ, ਵਾਜ਼ ਵਰ। ਕੰਟੀਨਿਊਸ ਤੋਂ ਸਾਨੂੰ ਬਿਲਕੁਲ ਕਨਫਰਮ ਆ ਕਿ ਫਸਟ ਫਾਰਮ 'ਤੇ ING ਲੱਗਣਾ ਹੀ ਲੱਗਣਾ ਆ। ਸੋ ਸਾਡਾ ਟੈਂਸ ਕੀ ਬਣੇਗਾ, ਹੀ ਵਾਜ਼ ਪਲੇਇੰਗ, ਯੂ ਵਰ ਈਟਿੰਗ, ਵੀ ਵਰ ਡਾਂਸਿੰਗ। ਨੈਕਸਟ ਆ ਨੈਗੇਟਿਵ।
ਸਾਰਾ ਕੁਛ ਉੱਦਾਂ ਹੀ ਆ। ਵਾਜ਼ ਵਰ ਤੋਂ ਬਾਅਦ ਕੀ ਲੱਗ ਜਾਣਾ? ਨੋਟ। आई वॉज नॉट कॉलिंग हर, मैं उसे कॉल नहीं कर रहा था या मैं उन्होंने कॉल नहीं कर रही सी। ही वॉज नॉट ईटिंग, दे वर नॉट डांसिंग। वॉज एंड वर का ख्याल रखना है। ਜਦੋਂ ਜ਼ਿਆਦਾ ਆ ਵੀ ਦੇ ਯੂ ਉਦੋਂ ਕੀ ਆਏਗਾ? ਵਰ। ਹੀ ਸ਼ੀ ਇਟ ਜਾਂ ਨਾਮ ਦੇ ਨਾਲ ਕੀ ਆਏਗਾ? ਵॉज। ਜਿੱਦਾਂ ਅਸੀਂ ਇਜ਼ ਤੇ ਆਰ ਯੂਜ਼ ਕਰਦੇ ਹਾਂ ਸੇਮ, ਬਸ ਉਹਨੂੰ ਪਾਸਟ ਅਸੀਂ ਕਨਵਰਟ ਕਰ ਦੇਣਾ। ਇੰਟੈਰੋਗੇਟਿਵ ਦੇ ਵਿੱਚ ਵਾਜ਼ ਵਰ ਸਾਡੇ ਕੋਲ ਪਹਿਲਾਂ ਆ ਜਾਣਾ ਆ, ਸਬਜੈਕਟ ਦੈਨ ਫਸਟ ਫॉर्म ਤੇ ਆਈ ਐਨ ਜੀ, ਕਿਉਂਕਿ ਪਾਸ ਕੰਟੀਨਿਊਸ ਟੈਂਸ ਆ। वॉज ही डांसिंग, क्या वह नाच रहा था, कि वो नच रही सी। वर दे जोकिंग, क्या वह मजाक कर रहे थे, कि वो मजाक कर रहे सी। वॉज आई ईटिंग, हुण देखो ते आई वॉज, दे वर, ही वॉज। सो नैक्सट वी हैव इंटैरोगेटिव एंड नैगेटिव। ਇਹਦੇ ਵਿੱਚ ਵੀ ਉੱਦਾਂ ਹੀ ਵॉज ਵਰ ਉੱਦਾਂ ਹੀ ਸਬਜੈਕਟ ਦੇ ਨਾਲ ਕੀ ਆ ਜਾਣਾ? ਨੋਟ। ਹਮੇਸ਼ਾ ਜਿਹੜਾ ਕੁਐਸਚਨ ਆ ਉਹ ਤਾਂ ਹੈਲਪਿੰਗ ਵਰਬ ਸਟਾਰਟਿੰਗ 'ਤੇ ਆਣੀ ਹੈ। ਸਬਜੈਕਟ ਤੇ ਫਸਟ ਫॉर्म ਦੇ ਵਿੱਚ ਨੋਟ ਆਉਂਦਾ ਹਮੇਸ਼ਾ, ਸਬਜੈਕਟ ਤੋਂ ਬਾਅਦ ਹੀ ਨੋਟ ਆਉਂਦਾ ਜਦੋਂ ਕਿ ਅਸੀਂ ਇੰਟੈਰੋਗੇਟਿਵ ਜਾਂ ਨੈਗੇਟਿਵ ਸੈਂਸ ਕਰਨੇ ਹੁੰਦੇ ਆ। ਇੰਟੈਰੋਗੇਟਿਵ ਜਾਂ ਇੰਟੈਰੋਗੇਟਿਵ ਪਲੱਸ ਨੈਗੇਟਿਵ ਕਰਨੇ ਹੁੰਦੇ ਆ। वॉज ही नॉट लाफिंग, क्या वे हंस नहीं रही थी, कि वो हंस नहीं रहे सी। वर दी नॉट लाफिंग, क्या वे हंस नहीं रहे थे, कि वो हंस नहीं रहे सी। ਇੱਥੇ ਦੇਖੋ ਸਾਡੇ ਕੋਲ ਕੀ ਹੈ? ਹੀ ਵॉज, ਦੇ ਵਰ। ਹੁਣ ਕੰਸੈਪਟ ਆਫ WH ਮਤਲਬ ਵਟ, ਵੈਨ, ਵੇਅਰ, ਹੂਮ। ਹੁਣ ਅਸੀਂ ਇੰਟੈਰੋਗੇਟਿਵ ਟੈਂਸ ਬਣਾਇਆ ਆ, ਇਹਦੇ ਵਿੱਚ ਵॉज ਸਾਡੇ ਕੋਲ ਪਹਿਲਾਂ ਆ, ਉਹਦੇ ਪਹਿਲਾਂ ਹੀ ਅਸੀਂ ਜਿਹੜਾ ਆ ਵੇਅਰ, ਵੈਨ ਲਗਾ ਦੇਣਾ, ਬਾਕੀ ਸਾਡਾ ਟੈਂਸ ਸਾਰਾ ਉਹੀ ਰਹਿਣਾ ਐਜ਼ ਇਟ ਇਜ਼। ਮਤਲਬ ਕਿ ਇਹਦੀ ਇੰਪੋਰਟੈਂਸ ਪਹਿਲਾਂ ਆ, ਅਸੀਂ WH ਵਾਲੇ ਕੁਐਸਚਨ ਪਹਿਲਾਂ ਲਾਣੇ ਆ, ਮਤਲਬ ਸਾਡਾ ਬਾਕੀ ਟੈਂਸ ਸਾਰਾ ਇੰਟੈਰੋਗੇਟਿਵ, ਲੇਕਿਨ ਜਿਹੜਾ ਅਸੀਂ ਆਹ ਵਰ ਜਾਂ ਵੈਨ ਲਗਾਉਣਾ ਉਹ ਤੋਂ ਪਹਿਲਾਂ ਲਗਾਉਣਾ ਹੈ। ਨੈਕਸਟ ਸਾਡੇ ਕੋਲ ਪਾਸਟ ਪਰਫੈਕਟ ਟੈਂਸ। ਇਹ ਉਹ ਆ ਕਿ ਜਿਹੜਾ ਕੰਮ ਹੋ ਚੁੱਕਿਆ ਸੀਗਾ, ਪਾਸਟ ਐਕਸ਼ਨ ਇਨ ਰਿਲੇਸ਼ਨ ਟੂ ਦਾ ਪਾਸਟ, ਕਿ ਜਿਹੜਾ ਕੰਮ ਹੋ ਚੁੱਕਿਆ ਆ। ਵह ਖਾਣਾ ਖਾ ਚੁੱਕਾ ਤਾਂ, ਹੀ ਹੈਡ ਈਟਨ ਫੂਡ। ਇਹਦੇ ਵਿੱਚ ਹੈਡ ਤੇ ਥਰਡ ਫॉर्म, ਪਾਸਟ ਪਰਫੈਕਟ ਟੈਂਸ। ਪਾਸਟ ਮਤਲਬ ਸੈਕਿੰਡ ਫॉर्म ਯਾਨੀ ਕਿ ਹੈਡ, ਹੈਲਪਿੰਗ ਵਰਬ ਸਾਡੀ ਕਨਵਰਟ ਹੋ ਗਈ। ਹੈਜ਼, ਹੈਵ ਤੋਂ ਕੀ ਆ ਗਿਆ? ਹੈਡ। ਇੱਦਾਂ ਹੁੰਦਾ ਨਾ, ਹੈਜ਼ ਹੈ ਆਪਾਂ ਜੀ ਪ੍ਰੈਜ਼ੈਂਟ ਯੂਜ਼ ਕਰਦੇ ਹਾਂ, ਉਹਦਾ ਕੀ ਆ ਗਿਆ? ਹੈਡ। ਤੇ ਪਰਫੈਕਟ ਤੋਂ ਕੀ ਆ ਗਿਆ? ਥਰਡ ਫॉर्म। ਹੀ हैड ईटन फूड, वह खाना खा चुका था, ਉਹ ਖਾਣਾ ਖਾ ਚੁੱਕੇ ਸੀ। ਸੋ ਪਾਸਟ ਪਰਫੈਕਟ ਦੇ ਵਿੱਚ ਸਾਡੇ ਕੋਲ ਦੋ ਟੈਂਸ ਆਉਂਦੇ ਆ। ਇੱਕ ਤਾਂ ਸਿੰਪਲ ਟੈਂਸ ਆ ਜਿਹ 'ਚ ਅਸੀਂ ਆਪਣੀ ਇੱਕ ਸਿੰਪਲ ਗੱਲ ਕਰ ਲਈ, ਖਤਮ ਹੋ ਗਿਆ। ਹੁਣ ਸਾਡੇ ਕੋਲ ਕੰਪਲੈਕਸ ਟੈਂਸ ਆਉਂਦੇ ਆ ਕਿ ਜਦੋਂ ਅਸੀਂ ਪਾਸਟ ਦੀ ਹੀ ਗੱਲ ਕਰਨੀ ਹੈ ਜਿਹਦੇ ਵਿੱਚ ਦੋ ਐਕਸ਼ਨ ਪਰਫੋਰਮ ਹੋ ਰਿਹਾ ਸਾਡੇ ਕੋਲ। ਧਿਆਨ ਨਾਲ ਸੁਣਿਓ ਕਿ ਪਾਸਟ ਟੈਂਸ ਦੇ ਵਿੱਚ ਦੋ ਐਕਸ਼ਨ ਹੋ ਰਿਹਾ, ਅਸੀਂ ਉਹਨਾਂ ਬਾਰੇ ਗੱਲ ਕਰਨੀ ਹੈ। ਉਦੋਂ ਕੀ ਹੁੰਦਾ ਆ ਕਿ ਅਸੀਂ ਉਹਦੇ ਵਿੱਚ ਇੱਕ ਤਾਂ ਅਸੀਂ ਪਾਸਟ ਪਰਫੈਕਟ ਟੈਂਸ ਯੂਜ਼ ਕਰਨਾ ਅਤੇ ਦੂਜਾ ਟੈਂਸ ਜਿਹੜਾ ਆ ਅਸੀਂ ਪਾਸਟ ਸਿੰਪਲ ਪਾਸਟ ਹੀ ਯੂਜ਼ ਕਰਨਾ। ਜਿਹੜਾ ਹੁਣ ਜਦੋਂ ਆਪਾਂ ਦੋ ਗੱਲਾਂ ਕਰਦੇ ਪਏ, ਸਪੋਜ਼ ਐਗਜ਼ਾਮਪਲ, ਦ ਟ੍ਰੇਨ ਹੈਡ ਲੈਫਟ ਬਿਫੋਰ ਆਈ ਰੀਚਡ ਸਟੇਸ਼ਨ। ਹੁਣ ਇਹਦੇ ਵਿੱਚ ਦੇਖੋ ਸਾਰਾ ਕੁਝ ਪਾਸਟ ਵਿੱਚ ਹੋਇਆ, ਲੇਕਿਨ ਇਹਦੇ ਵਿੱਚ ਇੱਕ ਟੈਂਸ ਸਾਡਾ ਕੰਪਲੀਟ ਆ ਔਰ ਇੱਕ ਟੈਂਸ ਸਾਡਾ ਇਨਕੰਪਲੀਟ ਚੱਲਦਾ। ਮਤਲਬ ਕਿ ਜੋ ਤਾਂ ਚੀਜ਼ ਹੋ ਚੁੱਕੀ ਆ, ਫਾਈਨਲ ਆ, ਡਿਫਾਈਨ ਹੈ ਕਿ ਹਾਂ ਕਿ ਇਹ ਹੋ ਗਿਆ ਆ, ਉਹਦੇ ਲਈ ਅਸੀਂ ਯੂਜ਼ ਕਰਾਂਗੇ ਪਾਸਟ ਪਰਫੈਕਟ ਟੈਂਸ। ਅਤੇ ਜਿਹੜਾ ਹਾਲੇ ਕੰਟੀਨਿਊਸ਼ਨ 'ਚ ਆ ਉਹਦੇ ਲਈ ਸਿੰਪਲ ਪਾਸਟ। ਮੀਨਸ ਹੁਣ ਸਪੋਜ਼ ਇੱਥੇ ਦੇਖੋ, I had done my exercise when he came to see me. I had done my exercise, ਮੈਂ ਆਪਣਾ ਐਕਸਰਸਾਈਜ਼ ਕਰ ਚੁੱਕਿਆ ਸੀ ਜਦੋਂ ਉਹ ਉੱਥੇ ਆਏ। ਮੀਨਸ ਦੋਨੋਂ ਟੈਂਸ ਜਿਹੜੇ ਪਾਸਟ ਵਿੱਚ ਆ, ਪਰ ਸਾਡੇ ਕੋਲ ਜਿਹੜਾ ਫਸਟ ਵਾਲਾ ਹੈ ਸਾਡਾ ਕੰਪਲੀਟ ਆ ਟੈਂਸ। I had done my work when he came। ਹੁਣ ਇਹ ਵਾਲਾ ਆ ਇਹ ਬਾਅਦ ਚੋਂ ਆਇਆ, ਪਹਿਲਾਂ ਜਿਹੜਾ ਕੰਪਲੀਟ ਆ ਉਹ ਥਰਡ ਫॉर्म ਲੱਗੇਗੀ, ਸੈਕਿੰਡ ਵਾਲਾ ਜਿਹੜਾ ਆ ਉਹ ਸੈਕਿੰਡ ਫॉर्म ਲੱਗੇਗੀ। ਮੀਨਸ ਕਿ ਜਿਹੜਾ ਸਾਡੇ ਕੋਲ ਐਕਸ਼ਨ ਕੰਪਲੀਟ ਹੋ ਗਿਆ ਉਹਦੇ ਲਈ ਪਾਸਟ ਪਰਫੈਕਟ ਟੈਂਸ, ਜਿਹੜਾ ਹਾਲੇ ਸਟਿਲ ਕੰਟੀਨਿਊਸ਼ਨ ਹੈ ਜਾਂ ਬਾਅਦ ਵਿੱਚ ਹੋਇਆ ਆ ਉਹਦੇ ਲਈ ਅਸੀਂ ਸਿੰਪਲ ਪਾਸਟ ਯੂਜ਼ ਕਰਾਂਗੇ। ਸੋ ਇਹ ਸੀ ਪਾਸਟ ਪਰਫੈਕਟ ਟੈਂਸ ਦਾ ਇੰਪੋਰਟੈਂਟ। ਆ ਐਗਜ਼ਾਮਪਲ ਦੇਖੋ, ਆਈ ਹੈਡ ਰਿਟਨ ਦਾ ਲੈਟਰ ਬਿਫੋਰ ਹੀ ਅਰਾਈਵਡ। ਮੈਂ ਆਪਣੀ ਲੈਟਰ ਲਿਖ ਚੁੱਕਿਆ ਸੀ ਉਹਦੇ ਆਉਣ ਤੋਂ ਪਹਿਲਾਂ, ਯਾਨੀ ਕਿ ਆਈ ਹੈਡ ਰਿਟਨ, ਇਹ ਕਿਹੜਾ ਟੈਂਸ ਹੋ ਗਿਆ? ਪਾਸਟ ਪਰਫੈਕਟ, ਕਿਉਂਕਿ ਇਹ ਵਾਲਾ ਐਕਸ਼ਨ ਕੰਪਲੀਟ ਹੋ ਚੁੱਕਾ ਆ। ਬਿਫੋਰ ਹੀ ਅਰਾਈਵਡ ਇਹ ਵਾਲੀ ਚੀਜ਼ ਗੱਲ ਬਾਅਦ ਚੋਂ ਆ, ਮਤਲਬ ਇਹ ਬਾਅਦ ਚੋਂ ਹੋਈ ਆ। ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਪਹਿਲਾਂ ਅਸੀਂ ਆਹੀ ਯੂਜ਼ ਕਰਨਾ, ਪਹਿਲਾਂ ਤੁਸੀਂ ਪਾਸਟ ਵੀ ਯੂਜ਼ ਕਰ ਸਕਦੇ ਆ ਜੋ ਤੁਹਾਡਾ ਐਕਸ਼ਨ ਜੇ ਹੋ ਗਿਆ ਆ। ਜੇ ਤੁਹਾਡਾ ਪਹਿਲਾ ਐਕਸ਼ਨ ਇਨਕੰਪਲੀਟ ਹੈ ਅਤੇ ਦੂਜਾ ਹੋ ਗਿਆ ਹੈ ਤਾਂ ਫਿਰ ਦੂਸਰੀ ਵਾਰ ਤੁਸੀਂ ਜਿਹੜਾ ਆ ਪਾਸਟ ਪਰਫੈਕਟ ਲਗਾ ਸਕਦੇ ਆ, ਪਹਿਲੇ ਵਿੱਚ ਪਾਸਟ ਹੀ ਲਗਾ ਸਕਦੇ ਆ। ਹੁਣ
they had written a book। ਇਹ ਸਿੰਪਲ ਹੈ, ਸਾਡੇ ਕੋਲ ਦੋ ਟੈਂਸ ਆਉਂਦੇ ਆ ਪਾਸ ਪਰਫੈਕਟ, ਇੱਕ ਤਾਂ ਆਉਂਦਾ ਸਿੰਪਲ ਤੇ ਇੱਕ ਆਉਂਦਾ ਕੰਪਲੈਕਸ। ਇਹ ਸਿੰਪਲ ਟੈਂਸ ਆ। they had written a book, वह किताब लिख चुका था ਜਾਂ ਉਹ ਕਿਤਾਬ ਲਿਖ ਚੁੱਕੇ ਸੀ। ਨੈਕਸਟ ਵੀ ਹੈਵ ਨੈਗੇਟਿਵ। ਇਹਦੇ ਵਿੱਚ ਉਹਦੀਆਂ ਹੈਲਪਿੰਗ ਵਰਬ ਦੇ ਨਾਲ ਅਸੀਂ ਨੋਟ ਲਗਾ ਦੇਣਾ, ਬਾਕੀ ਟੈਂਸ ਸੇਮ ਕੰਪਲੀਟ। ਇੰਟੈਰੋਗੇਟਿਵ 'ਚ ਅਸੀਂ ਹੈਡ ਪਹਿਲਾਂ ਲਗਾ ਦੇਣਾ, ਬਾਕੀ ਟੈਂਸ ਐਜ਼ ਇਟ ਇਜ਼। ਇੰਟੈਰੋਗੇਟਿਵ ਨੈਗੇਟਿਵ ਦੇ ਵਿੱਚ ਸਬਜੈਕਟ ਤੋਂ ਬਾਅਦ ਨੋਟ ਲੱਗੇਗਾ, ਬਾਕੀ ਸਾਰਾ ਐਜ਼ ਇਟ ਇਜ਼ ਟੈਂਸ ਰਹੇਗਾ। ਔਰ ਵੈਨ WH ਵਾਲਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇੰਟੈਰੋਗੇਟਿਵ ਜੋ ਟੈਂਸ ਤੁਸੀਂ ਲਿਖਣਾ ਆ ਬਸ ਉਹਦੀ ਸਟਾਰਟਿੰਗ 'ਤੇ ਪਹਿਲਾਂ ਉਹ ਲਿਖ ਦੇਣਾ। ਨੈਕਸਟ ਵੀ ਹੈਵ ਪਾਸ ਪਰਫੈਕਟ ਕੰਟੀਨਿਊਸ। ਪਾਸ ਪਰਫੈਕਟ ਕੰਟੀਨਿਊਸ ਦੇ ਵਿੱਚ ਰਹਾ ਥਾ, ਰਹੇ ਥੇ, ਰਹੀ ਥੀ ਲੱਗੇਗਾ। ਇਹਦੇ ਵਿੱਚ ਜੋ ਸਭ ਤੋਂ ਇੰਪੋਰਟੈਂਟ ਹੈ ਟਾਈਮ ਰੈਫਰੈਂਸ। ਜਿੱਥੇ ਤੁਹਾਨੂੰ ਕਿਸੇ ਟੈਂਸ ਦੇ ਵਿੱਚ ਪਾਸਟ ਤੁਹਾਨੂੰ ਨਜ਼ਰ ਆ ਰਿਹਾ ਟੈਂਸ ਹੈ, ਪਰ ਟਾਈਮ ਰੈਫਰੈਂਸ ਦੇ ਦਿੱਤੀ ਹੈ, ਟਾਈਮ ਦੱਸ ਦਿੱਤਾ ਗਿਆ, ਦੈਟ ਮੀਨਸ ਕਿ ਉਹ ਕਿਹੜਾ ਟੈਂਸ ਆ, ਪਾਸਟ ਪਰਫੈਕਟ ਕੰਟੀਨਿਊਸ। ਹੁਣ ਅਸੀਂ ਦੇਖਣਾ ਕਿ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਬਣਦਾ ਕਿੱਦਾਂ ਹੈ। ਹੈਡ ਜਿਹੜੀ ਆ ਸੈਕਿੰਡ ਫਾਰਮ ਆ, ਬੀਨ ਜਿਹੜੀ ਹੈ ਥਰਡ ਫਾਰਮ, ਕਿਉਂਕਿ ਹੁੰਦਾ ਆ ਬੀ ਵਾਜ਼ ਬੀਨ, ਇਸ ਕਰਕੇ ਬੀਨ ਕਿਹੜੀ ਹੈ ਥਰਡ ਫਾਰਮ। ਪਾਸਟ ਆ ਸੈਕਿੰਡ, ਪਰਫੈਕਟ ਹੈ ਤਾਂ ਥਰਡ ਫਾਰਮ, ਕੰਟੀਨਿਊਸ ਹੈ ਤਾਂ ਮਤਲਬ ਫਸਟ ਫਾਰਮ ਪਲੱਸ ING। ਕੰਟੀਨਿਊਸ ਤੇ ਫਸਟ ਫਾਰਮ ਤੇ ING, ਇੱਥੋਂ ਬਣ ਗਿਆ ਸਾਡਾ ਪਾਸਟ ਪਰਫੈਕਟ ਕੰਟੀਨਿਊਸ ਟੈਂਸ। ਠੀਕ ਹੈ, ਹੁਣ ਇੱਥੇ ਉਹਨੇ ਕਹਿ ਤਾ ਮੈਨੀ ਈਅਰਸ ਆ ਗਿਆ, ਯਾਨੀ ਕਿ ਟਾਈਮ ਰੈਫਰੈਂਸ ਕਿਹੜਾ ਟੈਂਸ ਆ ਗਿਆ, ਪਾਸਟ ਪਰਫੈਕਟ ਕੰਟੀਨਿਊਸ। ਹੁਣ ਇਹਦੇ ਵਿੱਚ ਅਸੀਂ ਦੇਖਦੇ ਹਾਂ ਟਾਈਮ ਰੈਫਰੈਂਸ ਕੰਪਲਸਰੀ ਦਾ ਰੂਲ ਕੀ ਹੈ। ਹੈਡ ਬੀਨ, ਇੱਥੋਂ ਦੇਖੋ ਇੱਥੇ ਰੂਲ 'ਤੇ ਪਤਾ ਲੱਗ ਜਾਣਾ। ਸੈਕਿੰਡ ਫਾਰਮ ਯਾਨੀ ਹੈਡ, ਪਰਫੈਕਟ ਮਤਲਬ ਬੀਨ, ਕੰਟੀਨਿਊਸ ਮਤਲਬ ਫਸਟ ਫਾਰਮ ਤੇ ING। ਇਹ ਸਾਡਾ ਰੂਲ ਆ, ਇਹਦੇ ਅਕੋਰਡਿੰਗਲੀ ਹੀ ਅਸੀਂ ਚੱਲਣਾ ਹੈ। ਹੁਣ ਇਹਦੇ ਵਿੱਚ ਪਾਸਟ ਟੈਂਸ ਦੇ ਵਿੱਚ ਕੰਟੀਨਿਊਸ ਟੈਂਸ ਦੇ ਵਿੱਚ ਜਿਹੜਾ ਆ ਪਾਸਟ ਪਰਫੈਕਟ ਟੈਂਸ ਕੰਟੀਨਿਊਸ ਟੈਂਸ ਦੇ ਵਿੱਚ ਟਾਈਮ ਰੈਫਰੈਂਸ ਬਹੁਤ ਜ਼ਰੂਰੀ ਆ। ਇਸ ਤੋਂ ਬਿਨਾਂ ਜੇ ਤੁਸੀਂ ਉਹ ਨਹੀਂ ਲਿਖੋਗੇ ਤਾਂ ਉਹ ਸਿੰਪਲ ਪਾਸਟ ਟੈਂਸ ਗਿਣਿਆ ਜਾਊਗਾ। So he had been living here since 1999। वह यहाँ पर सन 1999 से रह रहे थे। ਉਹ ਇੱਥੇ सन 1999 ਤੋਂ ਰਹਿ ਰਹੇ ਹਨ ਜਾਂ ਰਹਿ ਰਹੇ ਸੀ ਵਰਡ ਆਏਗਾ ਇੱਥੇ। ਸੋ ਇਹਦੇ ਵਿੱਚ ਜਿਹੜਾ ਟਾਈਮ ਰੈਫਰੈਂਸ ਆ ਦੇਖੋ 3 hours। ਇਹਦੇ ਰੂਲ ਦੇ ਵਿੱਚ ਵੀ ਮੈਂ ਲਿਖਿਆ ਹੋਇਆ ਕਿ ਟਾਈਮ ਰੈਫਰੈਂਸ ਇਜ਼ ਕੰਪਲਸਰੀ। ਨੈਗੇਟਿਵ ਦੇ ਵਿੱਚ ਅਸੀਂ ਜਾਵਾਂਗੇ ਤਾਂ ਹੈਡ ਨਾਟ ਬੀਨ ਲੱਗ ਜਾਏਗਾ, ਬਾਕੀ ਟੈਂਸ ਐਜ਼ ਇਟ ਇਜ਼ ਸੇਮ, ਯਾਨੀ ਕਿ ਹੈਲਪਿੰਗ ਵਰਬ ਤੋਂ ਬਾਅਦ ਜਿਹੜਾ ਆ ਨੋਟ ਲੱਗੇਗਾ। ਇੰਟੈਰੋਗੇਟਿਵ 'ਚ ਵੀ ਇੱਦਾਂ ਪਹਿਲਾਂ ਆ ਜਾਣਾ ਆ, ਨੈਕਸਟ ਟੈਂਸ ਸਾਰਾ ਸੇਮ ਐਜ਼ ਇਟ ਇਜ਼। ਇੰਟੈਰੋਗੇਟਿਵ ਨੈਗੇਟਿਵ ਦੇ ਵਿੱਚ ਸ਼ੀ ਤੋਂ ਬਾਅਦ ਯਾਨੀ ਕਿ ਸਬਜੈਕਟ ਤੋਂ ਬਾਅਦ ਨੋਟ, ਜੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੇ ਪਹਿਲਾਂ ਵੀ ਕਿ ਸਬਜੈਕਟ ਤੋਂ ਬਾਅਦ ਨੋਟ ਲੱਗੇਗਾ, ਬਾਕੀ ਸੇਮ। ਦਿਸ ਵਾਜ਼ ਆਲ ਅਬਾਊਟ ਦ ਟੈਂਸਿਸ। ਥੈਂਕ ਯੂ।